ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੁਰਾਣੇ ਵੇਲਿਆਂ ਦੀ ਗੱਲ ਹੈ। ਨਜਾਫ ਸ਼ਹਿਰ ਦਾ ਇੱਕ ਬਾਦਸ਼ਾਹ ਸੀ। ਉਹ ਬਾਦਸ਼ਾਹ ਘੱਟ, ਦਰਵੇਸ਼ ਰੂਹ ਜ਼ਿਆਦਾ ਸੀ। ਇੰਨਾ ਨੇਕ, ਇੰਨਾ ਪਾਕ ਕਿ ਲੋਕ ਦੂਜੇ ਦੇਸ਼ਾਂ ਦੇ ਰਾਜੇ ਵੀ ਉਸ ਦੀਆਂ ਮਿਸਾਲਾਂ ਦਿਆ ਕਰਦੇ ਸਨ। ਉਹ ਸਿਰਫ ਇੱਕ ਸ਼ਹਿਰ ਦਾ ਬਾਦਸ਼ਾਹ ਨਹੀਂ ਸੀ, ਉਹ ਬਲਕਿ ਦਿਲ ਦਾ ਵੀ ਬਾਦਸ਼ਾਹ ਸੀ। ਉਹ ਸਾਰੀ ਰਾਤ ਪਰਮਾਤਮਾ ਦੀ ਬੰਦਗੀ ਕਰਿਆ ਕਰਦਾ ਤੇ ਦਿਨ ਦੇ ਵੇਲੇ ਲੋਕ ਸੇਵਾ ਕਰਿਆ ਕਰਦਾ। ਉਸ ਨੂੰ ਇਹ ਨਹੀਂ ਸੀ ਪਤਾ ਕਿ ਆਰਾਮ ਕਰਨਾ ਕਿਸ ਨੂੰ ਕਹਿੰਦੇ ਨੇ। ਇੱਕ ਬਾਦਸ਼ਾਹ ਹੋ ਕੇ ਬਾਦਸ਼ਾਹਾਂ ਵਾਂਗੂ ਉਹ ਕਦੀ ਨਹੀਂ ਸੀ ਰਿਹਾ। ਉਸਨੇ ਜਾਂ ਤਾਂ ਪਰਮਾਤਮਾ ਦਾ ਧਿਆਨ ਕਰਿਆ ਕਰਨਾ ਤੇ ਜਾਂ ਆਪਣੇ ਲੋਕਾਂ ਦਾ ਖਿਆਲ ਰੱਖਿਆ ਕਰਨਾ। ਕਦੇ ਵੀ ਕੋਈ ਉਸਦੇ ਦਰਬਾਰ ਵਿੱਚੋਂ ਨਿਰਾਸ਼ ਨਹੀਂ ਸੀ ਪਰਤਦਾ। ਗੁਨਾਹਗਾਰ ਨੂੰ ਉਹ ਹਮੇਸ਼ਾ ਉਸਦੇ ਗੁਨਾਹ ਦੀ ਸਜ਼ਾ ਦਿਆ ਕਰਦਾ ਸੀ ਤੇ ਜੇ ਕੋਈ ਉਹਦੇ ਦਰ ਤੇ ਆਪਣੀ ਕੋਈ ਫਰਮਾਇਸ਼ ਲੈ ਕੇ ਆਉਂਦਾ, ਕੋਈ ਮੰਗ ਲੈ ਕੇ ਆਉਂਦਾ ਤੇ ਉਸਨੂੰ ਕਦੀ ਖਾਲੀ ਨਹੀਂ ਸੀ ਤੋਰਦਾ। ਇਸ ਬਾਦਸ਼ਾਹ ਦੀ ਇੱਕ ਬੇਟੀ ਸੀ ਤੇ ਬੇਟੀ ਜਿਵੇਂ ਜਿਵੇਂ ਜਵਾਨ ਹੋ ਰਹੀ ਸੀ ਤੇ ਬਾਦਸ਼ਾਹ ਨੂੰ ਉਸਦੀ ਸ਼ਾਦੀ ਤੇ ਉਸਦੇ ਵਿਆਹ ਦਾ ਫਿਕਰ ਹੋ ਰਿਹਾ ਸੀ। ਬਾਦਸ਼ਾਹ ਦੀ ਬੇਟੀ ਲਈ ਰਿਸ਼ਤੇ ਬਹੁਤ ਆਉਂਦੇ ਸਨ। ਬਹੁਤ ਵੱਡੇ ਵੱਡੇ ਘਰਾਣਿਆਂ ਚੋਂ, ਰਾਜਿਆਂ ਦੇ, ਰਾਜਕੁਮਾਰਾਂ ਦੇ ਬਹੁਤ ਉੱਚੇ ਉੱਚੇ ਰਿਸ਼ਤੇ ਆਉਂਦੇ ਸਨ। ਪਰ ਇਸ ਬਾਦਸ਼ਾਹ ਨੂੰ ਇਸ ਜਹਾਨ ਤੋਂ, ਇਸ ਦੁਨਿਆਵੀ ਰਿਸ਼ਤਿਆਂ ਤੋਂ ਕੋਈ ਵੱਖਰਾ ਰਿਸ਼ਤਾ ਚਾਹੀਦਾ ਸੀ। ਇਸੇ ਤਲਾਸ਼ ਦੇ ਵਿੱਚ ਉਹ ਜਦੋਂ ਲੋਕ ਸੇਵਾ ਆਪਣੀ ਨਿਭਾ ਲੈਂਦਾ, ਰਾਤ ਦੇ ਵੇਲੇ ਜਦੋਂ ਉਹ ਆਪਣੇ ਕੰਮਾਂ ਤੋਂ ਫਾਰਿਗ ਹੋ ਜਾਂਦਾ, ਉਦੋਂ ਉਹ ਇਲਾਕੇ ਦੀਆਂ ਮਸਜਿਦਾਂ ਦੇ ਵਿੱਚ, ਦਰਗਾਹਾਂ ਦੇ ਵਿੱਚ ਜਾ ਕੇ ਦੇਖਿਆ ਕਰਦਾ, ਭੇਸ ਬਦਲ ਕੇ, ਕਿ ਕਿਹੜੇ ਉਹ ਨੌਜਵਾਨ ਨੇ ਜੋ ਪ੍ਰਮਾਤਮਾ ਦੀ ਇਬਾਦਤ ਦੇ ਵਿੱਚ ਸਮਾਂ ਗੁਜ਼ਾਰਦੇ ਨੇ। ਪਰ ਉਸਨੂੰ ਕਦੇ ਨਾ ਮਿਲਿਆ ਕਰਦੇ। ਜੋ ਕੋਈ ਆਇਆ ਕਰਦੇ ਤਾਂ ਨਤਮਸਤਕ ਹੋ ਕੇ ਚਲੇ ਜਾਇਆ ਕਰਦੇ। ਕੋਈ ਵੀ ਪ੍ਰਮਾਤਮਾ ਦੀ ਇਬਾਦਤ ਕਰਨ ਵਾਲਾ ਉਹਨੂੰ ਕਦੀ ਨਾ ਦਿਸਦਾ। ਇਸੇ ਸਿਲਸਿਲੇ ਦੇ ਵਿੱਚ ਜਦ ਉਹ ਆਪਣੇ ਸ਼ਹਿਰ ਤੋਂ ਦੂਰ ਇੱਕ ਵੀਰਾਨ ਜਗ੍ਹਾ ਵਿੱਚੋਂ ਜਾ ਰਿਹਾ ਸੀ, ਸੁਨਸਾਨ ਇਲਾਕੇ ਵਿੱਚੋਂ ਭੇਸ ਬਦਲ ਕੇ ਲੰਘ ਰਿਹਾ ਸੀ, ਤਾਂ ਉਸਨੇ ਦੇਖਿਆ ਕਿ ਇੱਥੇ ਇੱਕ ਬਹੁਤ ਸੁੰਨਸਾਨ ਮਸਜਿਦ ਹੈ, ਜਿਸ ਦੇ ਵਿੱਚ ਕੋਈ ਸ਼ੋਰ ਸ਼ਰਾਬਾ ਨਹੀਂ, ਕੋਈ ਰੌਲਾ ਨਹੀਂ, ਗਿਣਤੀ ਦੇ 2-4 ਲੋਕ ਸਨ। ਤਾਂ ਉੱਥੇ ਜਾ ਕੇ ਬੈਠ ਗਿਆ। ਉਹ ਦੇਖ ਰਿਹਾ ਕਿ ਇੱਕ ਨੌਜਵਾਨ ਪ੍ਰਮਾਤਮਾ ਦੀ ਇਬਾਦਤ ਕਰ ਰਿਹਾ। ਉਸਦੇ ਸਰੀਰ ਦੇ ਉੱਤੇ ਇੱਕ ਅਜੀਬੋ ਗਰੀਬ ਕਿਸਮ ਦੀ ਕੰਬਣੀ ਜਿਹੀ ਛਿੜੀ ਹੋਈ ਸੀ। ਉਸ ਦੀਆਂ ਅੱਖਾਂ ਦੇ ਵਿੱਚ ਪਾਣੀ ਆਇਆ ਹੋਇਆ ਸੀ, ਜਿਵੇਂ ਉਹ ਹੁਣੇ ਰੋ ਕੇ ਹਟਿਆ ਹੋਵੇ। ਬਾਦਸ਼ਾਹ ਉੱਥੇ ਬੈਠ ਗਿਆ ਤੇ ਇੰਤਜ਼ਾਰ ਕਰਨ ਲੱਗਾ ਕਿ ਜਦੋਂ ਇਹ ਨੌਜਵਾਨ ਆਪਣੀ ਇਬਾਦਤ ਪੂਰੀ ਕਰ ਲਵੇਗਾ ਤਾਂ ਉਸ ਦੇ ਨਾਲ ਫਿਰ ਗੱਲਬਾਤ ਕਰੇਗਾ। ਨੌਜਵਾਨ ਨੇ ਆਪਣੀ ਇਬਾਦਤ ਪੂਰੀ ਕੀਤੀ ਤਾਂ ਆਪਣੇ ਆਪ ਚੱਲ ਕੇ ਇਸ ਬਜ਼ੁਰਗ ਇਨਸਾਨ ਦੇ ਕੋਲੇ ਆ ਗਿਆ। ਉਸ ਨੂੰ ਨਹੀਂ ਸੀ ਪਤਾ ਕਿ ਇਹ ਬਾਦਸ਼ਾਹ ਹੈ। ਇਸਨੇ ਭੇਸ ਵਟਾਇਆ ਹੋਇਆ ਸੀ। ਇਸ ਦੇ ਕੋਲ ਆ ਕੇ ਪੁੱਛਣ ਲੱਗਾ, ਬਜ਼ੁਰਗੋ, ਕਿਸ ਸਿਲਸਿਲੇ ਵਿੱਚ ਆਉਣਾ ਹੋਇਆ? ਕਿਤੇ ਕੋਈ ਰਸਤਾ ਤਾਂ ਨਹੀਂ ਭਟਕ ਗਿਆ? ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ? ਤਾਂ ਅੱਗੋਂ ਬਾਦਸ਼ਾਹ ਨੇ, ਜੋ ਕਿ ਇੱਕ ਬਜ਼ੁਰਗ ਦੇ ਭੇਸ ਵਿੱਚ ਬੈਠਾ ਸੀ, ਉਸਨੇ ਪੁੱਛਿਆ ਕਿ ਨਹੀਂ ਪੁੱਤਰ, ਮੈਂ ਤਾਂ ਤੇਰੇ ਨਾਲ ਗੱਲਬਾਤ ਕਰਨੀ ਹੈ। ਕੀ ਹਾਲ ਚਾਲ ਹੈ? ਕਹਿੰਦਾ, ਜੀ ਸ਼ੁਕਰ ਹੈ ਪ੍ਰਮਾਤਮਾ ਦਾ। ਇਸ ਤੋਂ ਅੱਗੇ ਬਾਦਸ਼ਾਹ ਨੇ ਪੁੱਛਣਾ ਸ਼ੁਰੂ ਕੀਤਾ ਕਿ ਘਰ ਕੌਣ ਹੈ, ਕੀ ਕੰਮਕਾਰ ਕਰਦਾ ਹੈ? ਤਾਂ ਉਸਦਾ ਉੱਤਰ ਆਇਆ ਕਿ ਜੀ ਮੈਂ ਗਰੀਬ ਹਾਂ, 2 ਕਮਰੇ ਨੇ, ਇੱਕ ਤਕਰੀਬਨ ਢਹਿ ਗਿਆ, ਡਿੱਗ ਗਿਆ। ਇੱਕ ਕਮਰਾ ਹੈ, ਉਹਨੂੰ ਸਿਰ ਢੱਕਣ ਲਈ ਵੀ ਵਰਤ ਲੈਂਦੇ ਹਾਂ, ਉਹਨੂੰ ਰਸੋਈ ਦੇ ਤੌਰ ਤੇ ਵੀ ਵਰਤ ਲੈਂਦੇ ਹਾਂ। ਘਰ ਵਿੱਚ ਮੇਰੀ ਸਿਵਾ ਹੋਰ ਕੋਈ ਵੀ ਨਹੀਂ, ਬਸ ਗੁਜ਼ਰ ਬਸਰ ਹੋ ਰਿਹਾ ਤੇ ਪ੍ਰਮਾਤਮਾ ਦਾ ਸ਼ੁਕਰ ਹੈ। ਇਸ ਉਪਰੰਤ ਇਸ ਬਾਦਸ਼ਾਹ ਨੇ ਪੁੱਛਿਆ ਕਿ ਤੇਰਾ ਵਿਆਹ ਨਹੀਂ ਹੋਇਆ ਅਜੇ ਤੱਕ? ਤਾਂ ਅੱਗੋਂ ਉੱਤਰ ਆਇਆ ਕਿ ਐਸੇ ਗਰੀਬ ਨਾਲ ਕੌਣ ਵਿਆਹ ਕਰਾਏਗਾ? ਐਸੇ ਗਰੀਬ ਦੇ ਨਾਲ ਕੁੜੀ ਵਿਆਹੁਣ ਤੋਂ ਤਾਂ ਅਗਲਾ ਖੂਹ ਦੇ ਵਿੱਚ ਧੱਕਾ ਦੇਣਾ ਪਸੰਦ ਕਰੇਗਾ। ਇਸ ਉਪਰੰਤ ਬਾਦਸ਼ਾਹ ਨੇ ਕਿਹਾ ਕਿ ਜੇਕਰ ਨਜਾਫ ਸ਼ਹਿਰ ਦੇ ਬਾਦਸ਼ਾਹ ਦੀ ਬੇਟੀ ਦਾ ਰਿਸ਼ਤਾ ਤੇਰੇ ਨਾਲ ਹੋ ਜਾਵੇ। ਤਾਂ ਅੱਗੋਂ ਮੁਸਕਰਾ ਕੇ ਕਹਿਣ ਲੱਗਿਆ ਕਿ ਬਾਬਾ ਜੀ, ਗਰੀਬਾਂ ਦੇ ਨਾਲ ਮਜ਼ਾਕ ਨਹੀਂ ਕਰੀਦੇ। ਤਾਂ ਅੱਗੋਂ ਬਾਦਸ਼ਾਹ ਨੇ ਕਿਹਾ, ਆਪਣੀ ਅੰਗੂਠੀ ਉਤਾਰਦਿਆਂ ਹੋਇਆਂ ਉਸਦੇ ਹੱਥ ਵਿੱਚ ਦੇ ਦਿੱਤੀ ਤੇ ਕਿਹਾ ਕਿ ਭਾਈ, ਆ ਅੰਗੂਠੀ ਪਹਿਨ ਲੈ ਤੇ ਕੱਲ ਨੂੰ ਨਜਾਫ ਸ਼ਹਿਰ ਦੇ ਬਾਦਸ਼ਾਹ ਦੇ ਦਰਬਾਰ ਚਲਾ ਜਾਵੇਂ। ਜੇ ਉੱਥੇ ਦਰਬਾਰੀਆਂ ਨੇ ਰੋਕਿਆ ਤੇ ਉਹਨਾਂ ਨੂੰ ਇਹ ਅੰਗੂਠੀ ਦਿਖਾ ਦੇਵੀਂ ਤੇ ਉੱਥੇ ਆ ਕੇ ਮੈਨੂੰ ਮਿਲ। ਉਸ ਨੂੰ ਪਹਿਲਾਂ ਤਾਂ ਇਹ ਮਜ਼ਾਕ ਲੱਗਿਆ, ਫਿਰ ਉਹ ਗੱਲ ਮੰਨ ਕੇ ਘਰ ਨੂੰ ਚਲਿਆ ਗਿਆ। ਤੇ ਉਸਨੇ ਜਾਂਦਿਆਂ ਹੋਇਆ ਇਹ ਵੀ ਪੁੱਛਿਆ ਕਿ ਮੈਂ ਤੁਹਾਡੀ ਕੋਈ ਹੁਣ ਸੇਵਾ ਕਰ ਸਕਦਾ? ਜੇ ਤੁਸੀਂ ਰਾਤ ਕੱਟਣੀ ਤੇ ਮੇਰੇ ਨਾਲ ਆ ਸਕਦੇ ਹੋ, ਕਿਉਂਕਿ ਬਜ਼ੁਰਗਾਂ ਦਾ ਰਾਤ ਵੇਲੇ ਬਾਹਰ ਰਹਿਣਾ ਬਹੁਤਾ ਸੁਰੱਖਿਅਤ ਨਹੀਂ। ਬਾਬਾ ਜੀ ਨੇ ਉਹਨਾਂ ਤੋਂ ਇਜਾਜ਼ਤ ਲਈ ਤੇ ਆਪਣੇ ਘਰ ਨੂੰ ਵਾਪਿਸ ਪਰਤ ਗਏ। ਹੁਣ ਅਗਲਾ ਜਦੋਂ ਦਿਨ ਚੜ੍ਹਿਆ ਤਾਂ ਉਹ ਨੌਜਵਾਨ ਨਜਾਫ ਸ਼ਹਿਰ ਦੇ ਬਾਦਸ਼ਾਹ ਦੇ ਦਰਬਾਰ ਚਲਿਆ ਗਿਆ। ਉੱਥੇ ਦਰਬਾਰੀਆਂ ਨੇ ਰੋਕਿਆ, ਪਰ ਜਿਵੇਂ ਹੀ ਉਸਨੇ ਅੰਗੂਠੀ ਦਿਖਾਈ ਤਾਂ ਉਸਨੇ ਅੱਗੇ ਲੰਘਣ ਦਿੱਤਾ। ਅੱਗੇ ਜਾ ਕੇ ਦੇਖਿਆ ਤਾਂ ਉਹ ਹੈਰਾਨ ਹੋ ਗਿਆ। ਉਸਦੀ ਹੈਰਾਨੀਅਤ ਦੀ ਕੋਈ ਸੀਮਾ ਨਹੀਂ ਰਹੀ। ਕੱਲ ਰਾਤ ਤੱਕ ਜਿਹੜਾ ਉਸਨੂੰ ਬਜ਼ੁਰਗ ਜਾਪ ਰਿਹਾ ਸੀ, ਹੁਣ ਉਸੇ ਦਾ ਚਿਹਰਾ ਦਗਦਗ ਕਰ ਰਿਹਾ। ਹੁਣ ਉਹ ਬਾਦਸ਼ਾਹ ਦੇ ਸਿੰਘਾਸਨ ਤੇ ਬੈਠਿਆ। ਉਸਨੂੰ ਹੁਣ ਸਮਝ ਆਈ ਕਿ ਮੇਰੇ ਨਾਲ ਕੋਈ ਮਜ਼ਾਕ ਨਹੀਂ ਸੀ ਕਰ ਰਿਹਾ। ਇਸ ਬਾਦਸ਼ਾਹ ਨੇ ਉਸੇ ਵੇਲੇ ਦਰਬਾਰ ਦੇ ਵਿੱਚ ਕਾਜ਼ੀ ਨੂੰ ਬੁਲਾਇਆ ਤੇ ਇਹਨਾਂ ਦਾ ਵਿਆਹ ਕਰ ਦਿੱਤਾ।
ਕਿਹਾ ਕਿ ਫੌਰਨ ਤੁਸੀਂ ਜਿਹੜੇ ਕੱਪੜਿਆਂ ਦੇ ਵਿੱਚ ਹੋ ਇਹਨਾਂ ਦੇ ਵਿੱਚ ਹੀ ਰੁਖਸਤ ਹੋ ਜਾਓ। ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਮੈਨੂੰ ਇੱਕ ਇਨਸਾਨ, ਇੱਕ ਨੌਜਵਾਨ ਉਹ ਲੱਭਿਆ ਆਪਣੀ ਬੇਟੀ ਦੇ ਲਈ, ਜੋ ਪਰਮਾਤਮਾ ਦਾ ਡਰ ਮੰਨਣ ਵਾਲਾ ਇਨਸਾਨ ਹੈ, ਪਰਮਾਤਮਾ ਦਾ ਭੈ ਮੰਨਣ ਵਾਲਾ ਬੰਦਾ ਹੈ, ਜੋ ਪਰਮਾਤਮਾ ਦੀ ਇਬਾਦਤ ਦੇ ਵਿੱਚ ਸਮਾਂ ਵੀ ਗੁਜ਼ਾਰਦਾ ਹੈ। ਉਸ ਦੇ ਕੋਲ ਕੱਖ ਵੀ ਨਹੀਂ, ਇਸ ਦੇ ਬਾਵਜੂਦ ਹਰ ਗੱਲ ਨਾਲ ਇਹ ਕਹਿੰਦਾ ਕਿ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ। ਉਸ ਦੇ ਕੋਲੇ 2 ਕਮਰੇ ਸਨ, ਇੱਕ ਢਹਿ ਗਿਆ ਤੇ ਦੂਜੇ ਦੀ ਬੁਨਿਆਦ ਕੋਈ ਨਹੀਂ ਕਦੋਂ ਉਸ ਦੇ ਸਿਰ ਉੱਪਰ ਡਿੱਗ ਪਵੇ। ਇਸ ਦੇ ਬਾਵਜੂਦ ਉਹ ਇਹੀ ਕਹਿੰਦਾ ਕਿ ਪਰਮਾਤਮਾ ਦਾ ਦਿੱਤਾ ਮੇਰੇ ਕੋਲੇ ਸਾਰਾ ਕੁਝ ਹੈ, ਪਰਮਾਤਮਾ ਦਾ ਦਿੱਤਾ ਮੇਰੇ ਕੋਲੇ ਹਰ ਸ਼ੈ ਹੈ, ਇਸ ਲਈ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ। ਇੰਨੀ ਗੱਲ ਕਹਿ ਕੇ ਬਾਦਸ਼ਾਹ ਕਹਿੰਦਾ ਕਿ ਸ਼ੁਕਰ ਪਰਮਾਤਮਾ ਤੇਰਾ, ਜੋ ਐਸੇ ਬੰਦੇ ਅੱਜ ਵੀ ਤੂੰ ਦੁਨੀਆ ਦੇ ਵਿੱਚ ਭੇਜਦਾ। ਤੇ ਇੰਨੀ ਗੱਲ ਕਹਿ ਕੇ ਉਹਨੇ ਦੋਵਾਂ ਨੂੰ ਆਸ਼ੀਰਵਾਦ ਦਿੱਤਾ ਤੇ ਉੱਥੋਂ ਤੋਰ ਦਿੱਤਾ। ਹੁਣ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਣ ਲਈ ਕੀ ਮਿਲਦਾ? ਸਭ ਤੋਂ ਪਹਿਲੀ ਗੱਲ ਕਿ ਪਰਮਾਤਮਾ ਦੇ ਉੱਤੇ ਹਮੇਸ਼ਾ ਆਪਾਂ ਭਰੋਸਾ ਰੱਖੀਏ, ਵਿਸ਼ਵਾਸ ਰੱਖੀਏ। ਵਿਸ਼ਵਾਸ ਦੀ ਤਾਕਤ ਬਹੁਤ ਵੱਡੀ ਹੈ। ਇੱਕ ਗਰੀਬ ਨੂੰ, ਇੱਕ ਮਸਕੀਨ ਨੂੰ, ਜਿਸ ਨੂੰ ਰੋਟੀਆਂ ਕੱਲ੍ਹ ਤੱਕ ਖੁਦ ਬਣਾਉਣੀਆਂ ਪੈਂਦੀਆਂ ਸਨ, ਪਰ ਇਸ ਦੇ ਬਾਵਜੂਦ ਉਸਨੇ ਪਰਮਾਤਮਾ ਦੀ ਇਬਾਦਤ ਨਹੀਂ ਛੱਡੀ, ਜਿਹਦੀ ਸਿਰ ਤੇ ਛੱਤ ਵੀ ਹੈ ਨਹੀਂ ਸੀ, ਅੱਜ ਉਸ ਦਾ ਰਿਸ਼ਤਾ ਇੱਕ ਬਾਦਸ਼ਾਹ ਦੇ ਨਾਲ ਜੁੜ ਗਿਆ। ਉਸ ਦਾ ਰਿਸ਼ਤਾ ਇੱਕ ਸ਼ਹਿਰ ਦੇ ਮਾਲਕ ਨਾਲ ਜੁੜ ਗਿਆ। ਤੇ ਉਸ ਦਾ ਕਾਰਨ ਕੀ ਸੀ? ਕਿ ਉਸ ਦਾ ਪਰਮਾਤਮਾ ਦੇ ਉੱਪਰ ਸੱਚਾ ਸੁੱਚਾ ਭਰੋਸਾ ਸੀ। ਉਹ ਪਰਮਾਤਮਾ ਦੇ ਅੱਗੇ ਜਦੋਂ ਅਰਦਾਸ ਬੇਨਤੀ ਕਰਦਾ ਸੀ ਤੇ ਉਸ ਦੇ ਵਿੱਚ ਭਰੋਸਾ ਹੁੰਦਾ ਸੀ। ਤੇ ਦੂਜੀ ਗੱਲ ਕਿ ਉਸ ਦੇ ਵਿੱਚ ਸਬਰ ਬਹੁਤ ਵੱਡਾ ਸੀ। ਇਸ ਕਹਾਣੀ ਤੋਂ ਜਿਹੜੀ ਦੂਜੀ ਵੱਡੀ ਸਿੱਖਿਆ ਮਿਲਦੀ ਹੈ ਉਹ ਇਹ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਪਰ ਆਪਾਂ ਨੂੰ ਨਾ ਤਾਂ ਇੰਤਜ਼ਾਰ ਕਰਨਾ ਹੁੰਦਾ, ਨਾ ਆਪਾਂ ਨੂੰ ਸਬਰ ਰੱਖਣਾ ਹੁੰਦਾ। ਸਾਡੇ ਸਬਰ ਬਹੁਤ ਛੇਤੀ ਉਬਾਲੇ ਮਾਰ ਜਾਂਦੇ ਨੇ, ਸਾਡੇ ਵਿਸ਼ਵਾਸ ਨੇ ਜਿਹੜੇ ਬਹੁਤ ਛੇਤੀ ਟੁੱਟ ਜਾਂਦੇ ਨੇ। ਪਰਮਾਤਮਾ ਸਾਨੂੰ ਪ੍ਰੀਖਿਆ ਵਿੱਚ ਜੇ ਪਾਉਂਦੇ ਵੀ ਨਹੀਂ ਕਿ ਉਦੋਂ ਪਹਿਲਾਂ ਅਸੀਂ ਹੱਥ ਖੜੇ ਕਰ ਦਿੰਦੇ ਹਾਂ ਕਿ ਪਰਮਾਤਮਾ ਮੈਥੋਂ ਇਹ ਇਮਤਿਹਾਨ ਨਹੀਂ ਦਿੱਤਾ ਜਾਣਾ। ਜਦੋਂ ਸਾਡੇ ਉੱਤੇ ਮਾੜੀ ਜੀ ਕੋਈ ਔਖੀ ਘੜੀ ਪੈਂਦੀ ਹੈ, ਸਾਡੇ ਉੱਤੇ ਮੁਸ਼ਕਲ ਆਣ ਬਣਦੀ ਹੈ, ਮੁਸੀਬਤ ਆਣ ਪੈਂਦੀ ਹੈ, ਤਾਂ ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ ਕਿ ਪਰਮਾਤਮਾ ਦਾ ਸਾਨੂੰ ਇਹ ਹੁੰਦਾ ਕਿ ਹੁਣ ਪਰਮਾਤਮਾ ਵਾਲੇ ਪਾਸੇ ਨਾ ਜਾਈਏ, ਹੁਣ ਅਸੀਂ ਸੌਖੇ ਤਰੀਕੇ ਲੱਭ ਲਈਏ, ਟੋਟਕਿਆਂ ਵਾਲੇ ਪਾਸੇ ਹੋ ਜਾਈਏ, ਜਾਦੂ ਟੂਣਿਆਂ ਵਾਲੇ ਪਾਸੇ ਹੋ ਜਾਈਏ, ਦੇਹ ਧਾਰੀਆਂ ਵੱਲ, ਪਖੰਡੀਆਂ ਵੱਲ ਉਧਰ ਨੂੰ ਤੁਰ ਪਈਏ। ਪਰ ਸਾਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਪਰਮਾਤਮਾ ਨੇ ਸਾਡੇ ਤੇ ਵਿਪਤਾ ਪਾਈ ਹੈ ਤੇ ਕੱਟਣ ਵਾਲਾ ਵੀ ਉਹੀ ਹੈ। ਜੇ ਅੱਜ ਸਾਡੀ ਜੇਬ ਵਿੱਚ ਕੁਝ ਵੀ ਨਹੀਂ ਤੇ ਕੱਲ ਨੂੰ ਸਾਡੀ ਜੇਬ ਵਿੱਚ ਲੱਖਾਂ ਨਹੀਂ ਕਰੋੜਾਂ ਦੇਣ ਵਾਲਾ ਵੀ ਪਰਮਾਤਮਾ ਹੀ ਹੋਵੇਗਾ, ਪਰ ਵਿਸ਼ਵਾਸ ਰੱਖਣਾ ਪਵੇਗਾ। ਇਹ ਨਹੀਂ ਕਿ ਜੇ ਇੱਕ ਵਾਰ ਅਸੀਂ ਮਾੜਾ ਜਿਹਾ ਔਖਾ ਦੌਰ ਵੇਖ ਲਿਆ ਤੇ ਅਸੀਂ ਉਦੋਂ ਹੀ ਕੋਸ਼ਿਸ਼ ਕਰੀਏ ਕਿ ਹੁਣ ਭੱਜ ਕੇ ਕਿਸੇ ਦੇਹਧਾਰੀ ਦੇ ਦੁਆਲੇ ਹੋ ਜਾਈਏ ਕਿ ਸਾਨੂੰ ਦੱਸ ਬਾਬਾ, ਸਾਨੂੰ ਇਸ ਮੁਸੀਬਤ ਚੋਂ ਕੱਢ। ਜਿਹਨੂੰ ਕੱਖ ਨਹੀਂ ਪਤਾ, ਜਿਹਨੂੰ ਘਰ ਦੇ ਵੀ ਗਾਲਾਂ ਦਿੰਦੇ ਹੋਣ, ਅਸੀਂ ਉਹਨੂੰ ਵੀ ਜਾ ਕੇ ਬਾਬਾ ਕਹਿ ਦਿੰਦੇ ਹਾਂ, ਬਾਬਾ ਜੀ ਕਹਿੰਦੇ ਹਾਂ, ਉਹਦੇ ਵੀ ਪੈਰਾਂ ਨੂੰ ਜਾ ਕੇ ਹੱਥ ਲਾਉਂਦੇ ਹਾਂ ਤੇ ਆਪਣੇ ਗੁਰੂ ਸ਼ਬਦ ਦਾ ਅਸੀਂ ਧਿਆਨ ਛੱਡ ਜਾਂਦੇ ਹਾਂ। ਸਾਨੂੰ ਦਰ ਦਰ ਤੇ ਧੱਕੇ ਖਾਣੇ, ਠੋਕਰਾਂ ਖਾਣੀਆਂ ਉਸ ਵੇਲੇ ਵਧੀਆ ਲੱਗਦੀਆਂ ਨੇ, ਪਰ ਅਸੀਂ ਸਮਝ ਲਈਏ ਕਿ ਵਿਸ਼ਵਾਸ ਦੀ ਤਾਕਤ ਬਹੁਤ ਵੱਡੀ ਤਾਕਤ ਹੈ ਤੇ ਸਬਰ ਦਾ ਫਲ ਬਹੁਤ ਵੱਡਾ ਫਲ ਹੁੰਦਾ ਹੈ।